नेक्स्ट जो टॉपिक ਆਪਾਂ ਕਰਨ ਲੱਗੇ ਆ ਪਲੱਸ 2 ਕਲਾਸ ਆਪਣੇ ਟੌਪਿਕ ਦਾ ਨਾਮ ਹੈ ਦੇਖੋ ਲਾਸਟ ਟਾਈਮ ਆਪਾਂ ਰੈਜ਼ਿਸਟੈਂਸ ਬਾਰੇ ਪੜ੍ਹ ਰਹੇ ਸੀਗੇ ਰੈਜ਼ਿਸਟੈਂਸ ਕਿਹੜੇ ਫੈਕਟਰ ਸੇ ਡਿਪੈਂਡ ਕਰਦੀ ਹੈ ਉਹਦੇ ਵਿੱਚ ਆਪਾਂ ਲੈਂਥ ਪੜ੍ਹ ਲਿਆ ਸੀਗਾ ਏਰੀਆ ਪੜ੍ਹ ਲਿਆ ਸੀ ਨੈਕਸਟ ਫੈਕਟਰ ਇਹਨੂੰ ਪੜ੍ਹਨੀ ਹੈ ਆਪਣੇ ਚੈਪਟਰ ਆਪਣੇ ਇਸ ਟੌਪਿਕ ਦਾ ਨਾਮ ਹੈ ਵੇਰੀਏਸ਼ਨ ਆਫ ਰੈਜ਼ਿਸਟੈਂਸ ਵਿਦ ਟੈਂਪਰੇਚਰ ਟੈਂਪਰੇਚਰ ਨਾਲ ਕੀ ਵੇਰੀਏਸ਼ਨ ਹੈ ਰੈਜ਼ਿਸਟੈਂਸ ਦੀ ठीक है जनरली जो देखा जाए तो जो रेजिस्टेंस है वो टेंपरेचर की होती है डायरेक्टली प्रोपोर्शनल होती है रेजिस्टेंस विल बी डायरेक्टली प्रोपोर्शनल टू द टेंपरेचर ठीक है जी देखो मान लो मेरे को एक अपन लास्ट टाइम रेजिस्टेंस का फार्मूला लेके थे रेजिस्टेंस शुड बी इक्वल टू ml ओवर ane स्क्वायर टॉर्क ਜਿਹੜੀ ਰੈਜ਼ਿਸਟੈਂਸ ਹੈ ਦੇਖੋ ਡਾਇਰੈਕਟਲੀ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ ਟਾਰਕ ਦੀ ਟਾਰਕ ਇੱਥੇ ਕੀ ਹੈ ਟਾਰਕ ਇੱਥੇ ਹੁੰਦਾ ਐਵਰੇਜ ਰਿਲੈਕਸੇਸ਼ਨ ਟਾਈਮ ठीक है जी मैं दो वे में डिस्क्राइब करूंगा कि हाउ रेजिस्टेंस इंक्रीज विद इंक्रीज इन टेंपरेचर पहला वे है मैं इसी दी बेस से डिस्क्राइब करने लगे देखो मान लो मेरे को कंडक्टर है कंडक्टर ਦੇ ਕੋਲ फ्री इलेक्ट्रॉन ਹੁੰਦੇ ਨੇ ਇਹ ਤੇ ਹਮੇਸ਼ਾ ਰੈਂਡਮਲੀ ਮੂਵ ਕਰਦੇ ਰਹਿੰਦੇ ਨੇ ਇਹਦਾ ਕੋਈ ਪਾਰਟਿਕੂਲਰ ਮੋਸ਼ਨ ਨਹੀਂ ਹੁੰਦਾ ਦੇ ਆਰ ਰੈਂਡਮ ਮੋਸ਼ਨ ਪਰ ਜਦੋਂ ਆਪਾਂ ਇਹਦਾ ਟੈਂਪਰੇਚਰ ਇਨਕਰੀਜ਼ ਕਰਨਾ ਸ਼ੁਰੂ ਕੀਤਾ ਮੰਨ ਲਓ 25 ਡਿਗਰੀ ਸੀ ਇਨੀਸ਼ੀਅਲ ਟੈਂਪਰੇਚਰ ਆਪਾਂ 50 ਕਰਤਾ ਵਧਾ ਕੇ ਹੈਨਾ ਨੈਚੁਰਲੀ ਇਹਨਾਂ ਦੀ ਰਿਕੁਆਇਰ ਵੈਲੋਸਿਟੀ ਉਹਦੀ ਵੈਲੋਸਿਟੀ ਇਨਕਰੀਜ਼ ਹੋ ਜਾਏਗੀ ਤੇ ਉਹ ਆਪਣੀ ਜ਼ਿਆਦਾ ਵੈਲੋਸਿਟੀ ਮੂਵ ਕਰਨਾ ਸਟਾਰਟ ਕਰ ਦੇਣਗੇ ਜੋ ਜ਼ਿਆਦਾ ਵੈਲੋਸਿਟੀ ਮੂਵ ਕਰਨਾ ਸਟਾਰਟ ਕਰ ਦੇਣਗੇ ਤੇ ਕਲਿਜ਼ਨ ਬਹੁਤ ਛੇਤੀ ਹੋਣੇ ਸ਼ੁਰੂ ਹੋ ਜਾਣਗੇ ਨੰਬਰ ਆਫ ਕਲਿਜ਼ਨ ਵੱਧ ਜਾਣਗੇ ਤੇ ਜਿਹੜਾ ਦੋ ਕਲਿਜ਼ਨਾਂ ਵਿਚਕਾਰ ਜਿਹੜਾ ਫ੍ਰੀ ਟਾਈਮ ਨੂੰ ਆਪਾਂ ਰਿਲੈਕਸੇਸ਼ਨ ਟਾਈਮ ਕਹਿ ਦਿੰਦੇ ਹਾਂ ਨਾ ਉਹ ਬਹੁਤ ਘਟ ਜੂਗਾ ਕਿਉਂਕਿ ਬਹੁਤ ਛੇਤੀ ਕਲਿਜ਼ਨ ਹੋਣੇ ਸ਼ੁਰੂ ਹੋ ਜਾਣਗੇ ਇਹ ਤਾਂ ਰਿਲੈਕਸੇਸ਼ਨ ਟਾਈਮ ਕੀ ਹੈ ਫ੍ਰੀ ਟਾਈਮ ਕੀ ਇਲੈਕਟ੍ਰੋਨਸ ਕੋਲ ਡਿਕਰੀਜ਼ ਹੋ ਜਾਏਗਾ ਦੈਟ ਮੀਨ ਮੈਂ ਇਹ ਕਹਿਣਾ ਚਾਹੁੰਦਾ ਕਿ ਟਾਰਕ ਤੁਹਾਡੇ ਕੋਲ ਡਿਕਰੀਜ਼ ਹੋ ਜਾਊਗਾ ਜਦੋਂ ਤੁਸੀਂ ਟੈਂਪਰੇਚਰ ਇਨਕਰੀਜ਼ ਕਰ ਰਹੇ ਹੋ ਜੇ ਟਾਰਕ ਡਿਕਰੀਜ਼ ਹੋਗਾ ਤੁਹਾਡੇ ਕੋਲ ਰੈਜ਼ਿਸਟੈਂਸ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ ਜਿੰਨਾ ਤੁਸੀਂ ਟੈਂਪਰੇਚਰ ਵਧਾਈ ਚੱਲੋਗੇ ਉਹਨਾਂ ਤੁਹਾਡਾ ਕੀ ਹੈ ਟੈਂਪਰੇਚਰ ਇਨਕਰੀਜ਼ ਹੋਣ ਨਾਲ ਰੋ ਉਹਨਾਂ ਡਿਕਰੀਜ਼ ਹੁੰਦਾ ਰਹੂਗਾ ਤਾਂ ਰੈਜ਼ਿਸਟੈਂਸ ਤੁਹਾਡੀ ਉਨੀ ਕੀ ਹੈ ਵਧਦੀ ਰਹੂ ਤਾਂ ਮੈਂ ਤੁਸੀਂ ਕਹਿ ਸਕਦੇ ਹੋ ਰੈਜ਼ਿਸਟੈਂਸ ਵਿਲ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ temperature to temperature ਇਹ ਮੰਨ ਲਓ ਜਦੋਂ ਆਪਾਂ ਕਿਸੇ ਵੀ ਕਨੈਕਟਰ ਦਾ ਟੈਂਪਰੇਚਰ ਵਧਾਇਆ ਤਾਂ ਉਹਦੇ ਜਿਹੜੇ ਇਲੈਕਟ੍ਰੋਨਸ ਨੇ ਫ੍ਰੀ ਇਲੈਕਟ੍ਰੋਨ ਤੇ ਉਹ ਡ੍ਰਿਫਟ ਹੋਣਾ ਸ਼ੁਰੂ ਹੋ ਜਾਂਦੇ ਟੁਵਰਡਸ ਦਾ ਪੋਜ਼ਿਟਿਵ ਟਰਮੀਨਲ ਜਾਂ ਕਹ ਲਓ ਉਹਦੀ ਵੈਲੋਸਿਟੀ ਵੱਧ ਜਾਂਦੀ ਹੈ ਵੈਲੋਸਿਟੀ ਵੱਧ ਜਾਂਦੀ ਨੰਬਰ ਆਫ ਕਲਿਜ਼ਨ ਵੱਧ ਜਾਂਦੇ ਨੇ ਨੰਬਰ ਆਫ ਕਲਿਜ਼ਨ ਵਧਣ ਨਾਲ ਵੀ ਤੁਹਾਡਾ ਕੀ ਹੋ ਜਾਂਦਾ ਹੈ ਨੰਬਰ ਆਫ ਕਲਿਜ਼ਨ ਵਧਣ ਨਾਲ ਵੀ ਤੁਹਾਡੀ ਜਿਹੜੀ ਰੈਜ਼ਿਸਟੈਂਸ ਆ ਵੱਧ ਜਾਂਦੀ ਹੈ ਹਨਾ ਕਿਉਂਕਿ ਆਪਸ ਵਿੱਚ ਇੱਕ ਦੂਜੇ ਨਾਲ ਇੰਟਰਲੈਕਟ੍ਰੋਨ ਕਲਿਜ਼ਨ ਵੱਧ ਜਾਣਗੇ ਤਾਂ ਜਿੱਥੇ ਵੀ ਡੈਸਟੀਨੇਸ਼ਨ ਤੇ ਜਾਣਾ ਹੈ ਇਲੈਕਟ੍ਰੋਨ ਨੇ ਉਹ ਨਹੀਂ ਪਹੁੰਚ ਸਕਣਗੇ ਤੁਹਾਡਾ ਕਰੰਟ ਉਹਨਾਂ ਘਟ ਜੂਗਾ ਤੇ ਰੈਜ਼ਿਸਟੈਂਸ ਤੁਹਾਡੀ ਉਨੀ ਕੀ ਹੈ ਇਨਕਰੀਜ਼ ਹੋ ਜਾਏਗੀ ਆਪਾਂ ਇਸ ਬੇਸ ਤੇ ਡਿਸਕ੍ਰਾਈਬ ਕਰ ਸਕਦੇ ਹਾਂ नेक्स्ट जो टॉपिक है ਤੁਹਾਡੇ ਸਿਲੇਬਸ ਵਿੱਚ ਕਹ ਲਓ ਜਾਂ ਤੁਹਾਡਾ ਟੌਪਿਕ ਹੈ ਦੈਟ ਇਜ਼ ਕਰੰਟ ਡੈਂਸਿਟੀ ਅੱਛਾ ਇੱਕ ਹੋਰ ਹੁਣ ਇਹ ਜਿਹੜਾ ਵੇਰੀਏਸ਼ਨ ਹੈ ਰੈਜ਼ਿਸਟੈਂਸ ਦੀ ਵਿਦ ਟੈਂਪਰੇਚਰ ਆਪਾਂ ਡਾਇਰੈਕਟਲੀ ਤਾਂ ਕਹਿਤਾ ਬਟ ਇਹ ਹਰ ਵਾਰ ਟਰੂ ਨਹੀਂ ਹੁੰਦੀ ਹਨਾ ਇੱਕ ਫੈਕਟਰ ਤੇ ਡਿਪੈਂਡ ਕਰਦੇ ਜਿਹਦਾ ਨਾਮ ਹੈ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ अच्छा यही दोनों पैरामीटर रेजिस्टिविटी भी ट्रू ने रेजिस्टिविटी का फार्मूला भी कुछ इसी तरह ही बन जाता है रेजिस्टिविटी का फार्मूला की ਤੁਹਾਡੇ ਕੋਲ है ना L/A OR L/A तो उस फैक्टर ਤੇ ਜਿਵੇਂ ਆਪਾਂ ਕਹਿੰਦੇ रेजिस्टिविटी इज इक्वल टू RL/A RA L/A ਹੁੰਦਾ R ਦੀ ਵੈਲਿਊ ਹੀ ਹੋ ਜੂਗੀ ਤੁਹਾਡੇ ਕੋਲ ਨਾ MLA/NAN इसके तो ਉਹਦੀ ਵੇਰੀਏਸ਼ਨ ਵੀ ਬਿਲਕੁਲ ਸੇਮ ਐਂਡ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਨੂੰ ਅਲਫਾ ਨਾਲ ਲਿਖਦੇ ਆ एक ਇਹੋ ਜਿਹਾ ਪੈਰਾਮੀਟਰ ਹੈ ਜਿਹੜਾ ਤੁਹਾਨੂੰ ਵੇਰੀਏਸ਼ਨ ਦੀ ਸਟੱਡੀ ਕਰਦਾ ਹੈ ਵਿਦ ਟੈਂਪਰੇਚਰ ਕਿ ਜਿਹੜੀ ਰੈਜ਼ਿਸਟੈਂਸ ਦਾ ਟੈਂਪਰੇਚਰ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਜਾਂ ਟੈਂਪਰੇਚਰ ਦੀ ਕੀ ਹੈ ਇਨਵਰਸਲੀ ਪ੍ਰੋਪੋਰਸ਼ਨਲ ਹੈ ਹਨਾ ਹੁਣ ਦੇਖੋ ਜੀ ਜਿਹੜਾ ਅਲਫਾ ਹੁੰਦਾ ਹੈ ਜਦ ਸਪੋਜ਼ ਕਰੋ ਇਨੀਸ਼ੀਅਲ ਟੈਂਪਰੇਚਰ T1 ਹੈ ਉਦੋਂ ਕਿਸੇ ਵੀ ਮੈਟਲ ਦੀ ਰੈਜ਼ਿਸਟੈਂਸ R1 ਸੀਗੀ ਫਿਰ ਟੈਂਪਰੇਚਰ ਚੇਂਜ ਕਰਕੇ ਆਪਣੇ T2 ਕਰਤਾ ਤਾਂ ਰੈਜ਼ਿਸਟੈਂਸ ਵੀ ਮੰਨ ਲਓ R2 ਹੋ ਗਈ ਆਪਾਂ ਨੂੰ ਨਹੀਂ ਪਤਾ R2 ਵਧੀ ਜਾਂ R2 ਘਟੀ ਹੈ ਚੇਂਜ ਹੋ ਗਿਆ ਰੈਜ਼ਿਸਟੈਂਸ ਠੀਕ ਹੈ ਤਾਂ R2 ਹੈ ਜਿਹੜੀ is equal to R1 1 plus alpha t plus beta t एक फॉर्मूला है ਜਿਹੜਾ ਤੁਸੀਂ ਇਹਦਾ ਪ੍ਰੂਫ ਅਗਲੀ ਕਲਾਸ ਵਿੱਚ ਪੜੋ ਇੱਕ ਤੇ ਇੱਥੇ ਜਿਹੜਾ t ਹੈ ਉਹ ਰਿਪਰੈਜ਼ੈਂਟ ਕਰ ਰਿਹਾ ਚੇਂਜ ਇਨ ਟੈਂਪਰੇਚਰ ਠੀਕ ਹੈ ਜੀ ਅਲਫਾ ਤੇ ਬੀਟਾ ਦੋਨੋਂ ਕੀ ਨੇ ਕਾਂਸਟੈਂਟ ਨੇ ਜੇ ਮੈਂ ਸਪੋਜ਼ ਕਰ ਲਾਂ ਇਫ t is very small t छोटा टेम्परेचर डिफरेंस छोटा है
एंड टी स्केयर कैन बी नेगलैक्टेड, टी स्केयर ਨੂੰ ਤਾਂ ਆਪਾਂ ਨੈਗਲੈਕਟ ਹੀ ਕਰ ਸਕਦੇ ਹਾਂ। दैट मीनस ਤੁਹਾਡੇ ਕੋਲ ਆ ਕੰਪੋਨੈਂਟ 0 ਹੋ ਗਿਆ। दैट मीनस ਇਹਨੂੰ मैं कुछ ऐ लिख सकदा r2 is equal to r1 1 plus alpha t, इथों अल्फा फाइंड कर लो। r2 is equal to r1 plus r1 alpha t, इन्हें इधर ले आओ। r2 minus r1 is equal to r1 alpha t, अल्फा कर लो कितना बन गया r2 minus r1 by r1 into t की वैल्यू पुट कर दो। this is your alpha, this is your temperature coefficient of resistance। ਆਪਾਂ डिफाइन कर सकते हैं, it is the ratio of change in resistance, तो ऊपर change in resistance बन रही है, नीचे की बन रहे हैं ओरिजिनल रेजिस्टेंस इनटू चेंज इन टेंपरेचर। ठीक है जी। ਹੁਣ ਇਸ ਅਲਫਾ ਦੇ ਬੇਸ ਤੇ ਆਪਾਂ ਦੱਸ ਸਕਦੇ ਹਾਂ ਕਿ ਰੈਜ਼ਿਸਟੈਂਸ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਜਾਂ ਇਨਵਰਸਲੀ ਪ੍ਰੋਪੋਰਸ਼ਨਲ ਹੋਏਗਾ ਵਿਦ ਟੈਂਪਰੇਚਰ। ਜੇ ਤਾਂ ਤੁਹਾਡਾ ਅਲਫਾ ਸੋਲਵ ਕਰਨ ਤੋਂ ਬਾਅਦ ਤੁਹਾਡਾ ਅਲਫਾ ਆ ਗਿਆ ਪੋਜ਼ਿਟਿਵ, then that means ਉਸ ਕੇਸ ਲਈ ਜਿਹੜਾ ਰੈਜ਼ਿਸਟੈਂਸ ਹੈ ਉਹ ਟੈਂਪਰੇਚਰ ਦੀ ਕੀ ਹੋਏਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ। ਤੇ ਇਹ ਜਿਹੜੀ ਅਲਫਾ ਜਿਹੜਾ ਪੋਜ਼ਿਟਿਵ ਹੈ ਕਿੰਨਾ ਲਈ ਆਊਗਾ ਤੁਹਾਡੇ ਕੋਲ ਕੰਡਕਟਰ ਲਈ ਆਊਗਾ। दैट मीन जे ਤੁਹਾਡਾ ਅਲਫਾ ਪੋਜ਼ਿਟਿਵ ਹੈ ਇਹਦਾ ਮਤਲਬ ਉਸ ਉਹ ਮਟੀਰੀਅਲ ਕਿਹੜਾ ਹੋਏਗਾ ਕੰਡਕਟਰ ਹੋਏਗਾ ਜੋ ਵੀ ਕੰਸੀਡਰਡ ਮੈਟਲ ਹੋਏਗਾ ਤੇ ਉਹਦੀ ਜਿਹੜੀ ਰੈਜ਼ਿਸਟੈਂਸ ਹੈ ਟੈਂਪਰੇਚਰ ਦੀ ਕੀ ਹੋਊਗੀ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗੀ। ਜੇ ਤੁਹਾਡਾ ਸੋਲਵ ਕਰ ਦੇਖੋ ਇਹਦਾ ਮਤਲਬ ਇਹ ਹੈ तो अल्फा पॉजिटिव ਦਾ ਮਤਲਬ ਤੁਹਾਡੇ ਕੋਲ r2 minus r1 greater than 0 ਹੋਣਾ ਚਾਹੀਦਾ ਹੈ। दैट मींस r2 ਤੁਹਾਡਾ ਕੀ ਹੋਣਾ ਚਾਹੀਦਾ r1 ਤੋਂ ਵੱਡਾ ਹੋਣਾ ਚਾਹੀਦਾ ਹੈ। r2 ਕੀ ਹੈ ਰੈਜ਼ਿਸਟੈਂਸ ਜਿਹੜੀ ਫਾਈਨਲ ਸੀ, ਫਾਈਨਲ ਇਨੀਸ਼ੀਅਲ ਤੋਂ ਜ਼ਿਆਦਾ ਹੋਈ दैट मींस ਰੈਜ਼ਿਸਟੈਂਸ ਤੁਹਾਡੀ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ। ਜੇ ਤੁਹਾਡਾ ਅਲਫਾ ਸੋਲਵ ਕਰਕੇ 네ਗੇਟਿਵ ਆ ਗਿਆ ਠੀਕ ਹੈ ਉਹ ਤੁਹਾਡੀ r ਹੈ ਜਿਹੜੀ ਟੈਂਪਰੇਚਰ ਦੀ ਹੋਏਗੀ ਇਨਵਰਸਲੀ ਪ੍ਰੋਪੋਰਸ਼ਨਲ ਹੋਏਗੀ, ਇਹ ਧਿਆਨ ਰੱਖਿਓ। ਤੇ r ਇਹਦਾ ਅਲਫਾ 네ਗੇਟਿਵ ਹੈ ਇਹ ਤੁਹਾਡੇ ਕੋਲ ਹੁੰਦਾ ਜਿਆਦਾ ਸੈਮੀ ਕੰਡਕਟਰ ਲਈ ਜਾਂ ਤੁਹਾਡੇ ਕੋਲ ਇਨਸੂਲੇਟਰ ਲਈ। ਠੀਕ ਹੈ ਜੀ। ਇਹਨਾਂ ਦੋਨੇ ਕੇਸ ਲਈ ਤੁਹਾਡੇ ਕੋਲ r ਕੀ ਹੋਏਗਾ ਤੁਹਾਡੇ ਕੋਲ ਇਨਵਰਸਲੀ ਪ੍ਰੋਪੋਰਸ਼ਨਲ ਟੈਂਪਰੇਚਰ ਤੇ। ਐਂਡ ਜਿਹੜਾ ਅਲਫਾ ਹੈ ਇਹ दोनों तरीके ਨਾਲ डिफाइन हो सकता है, रेजिस्टेंस ਦੀ ਬੇਸ ਤੇ ਵੀ ਆਪਾਂ रेजिस्टेंस ਦੀ ਬੇਸ ਤੇ ਕੀਤਾ ਰੈਜ਼ਿਸਟਿਵਿਟੀ ਦੀ ਬੇਸ ਤੇ ਵੀ ਡਿਸਕ੍ਰਾਈਬ ਹੋ ਸਕਦਾ। ਤਾਂ ਇਹਦਾ ਰਿਲੇਸ਼ਨ ਬਿਲਕੁਲ ਸਿਮਿਲਰ ਹੈ। दैट इज जिथे r1 है उथे ρ2 आ जाएगा, मतलब r ਨੂੰ ρ1 ਨਾਲ ਰਿਪਲੇਸ ਕਰਨਾ है। ਇਹ ਤੁਹਾਡੇ ਕੋਲ ਰਿਲੇਸ਼ਨ ਤੁਹਾਡੀ ਬੁੱਕ 'ਚ ਵੀ ਲਿਖਿਆ ਹੋਇਆ ਹੈ, ਬਿਲਕੁਲ ਸੇਮ ਇਹਦੀ ਐਕਸਪਲੇਨੇਸ਼ਨ ਹੈ, ਬਿਲਕੁਲ ਸੇਮ ਇਹਦਾ ਪ੍ਰੂਫ ਹੈ। ਠੀਕ ਹੈ ਜੀ। ਨੈਕਸਟ ਜਿਹੜਾ ਟੌਪਿਕ ਆਪਾਂ ਕਰਨ ਲੱਗੇ ਹਾਂ ਆਪਣੇ ਟੌਪਿਕ ਦਾ ਨਾਮ ਹੈ करंट डेंसिटी। ठीक है जी। J ਦਾ ਸਿੰਬਲ ਹੈ, ਇਹ ਕੀ ਹੁੰਦਾ ਹੈ ਇਟ ਇਜ਼ ਡਿਫਾਈਨਡ ਐਜ਼ ਰੇਸ਼ੀਓ ਆਫ ਦਾ ਕਰੰਟ ਪਰ ਯੂਨਿਟ ਏਰੀਆ। ਕਰੰਟ ਪਰ ਯੂਨਿਟ ਏਰੀਆ ਨੂੰ ਆਪਾਂ ਕੀ ਕਹਿ ਦਿੰਦੇ ਆ ਕਰੰਟ ਡੈਂਸਿਟੀ। ਰੇਸ਼ੀਓ ਆਫ ਕਰੰਟ ਐਂਡ ਏਰੀਆ ਇਜ਼ ਕਾਲਡ, ਜਿਵੇਂ ਆਪਾਂ ਮਾਸ ਬਟੇ ਵੋਲਿਊਮ ਨੂੰ ਡਿਫਾਈਨ ਕਰਦੇ ਹੁੰਦੇ ਆ, ਇਹ ਵੋਲਿਊਮ ਕਿਉਂਕਿ 3 ਡਾਇਮੈਂਸ਼ਨ ਕੇਸ ਦੀ ਗੱਲ ਹੁੰਦੀ ਹੈ, 2 ਡਾਇਮੈਂਸ਼ਨ ਕੇਸ ਦੀ ਗੱਲ ਹੁੰਦੀ, ਤਾਂ ਕਰਕੇ ਆਪਾਂ ਕੀ ਡਿਫਾਈਨ ਕਰਾਂਗੇ ਪਰ ਯੂਨਿਟ ਏਰੀਆ। ਕਰੰਟ ਪਰ ਯੂਨਿਟ ਏਰੀਆ that is called current density। ਠੀਕ ਹੈ ਜੀ। ਜਿਹੜਾ ਕਰੰਟ ਦਾ ਫਾਰਮੂਲਾ ਹੁੰਦਾ ਆਪਾਂ ਨੂੰ ਪਤਾ ਹੈ Q by T ਹੁੰਦਾ ਹੈ, ਤੇ ਟੋਟਲ ਕੀ ਬਣ ਗਿਆ Q by AT ਬਣ ਗਿਆ। ਠੀਕ ਹੈ। ਥੋੜਾ ਜਿਹਾ ਹੋਰ ਪ੍ਰੀਸਾਈਜ਼ ਚੱਲੋ। ਆਪਾਂ ਇੱਕ ਟੌਪਿਕ ਪੜ੍ਹਿਆ ਸੀ ਲਾਸਟ ਲੈਕਚਰ ਦੇ ਵਿੱਚ ਜਿਹੜਾ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ, ਉਸ 'ਚ ਆਪਣੇ IANEVD ਟੌਪਿਕ ਡਿਫਾਈਨ ਕੀਤਾ ਸੀ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ। ਇਹ ਵੈਲਿਊ ਪੁੱਟ ਕਰ ਦੋ ਜੀ, ਕੀ ਬਣ ਗਿਆ I by A ਹੁੰਦਾ ਹੈ, ਇਹ ਟੋਟਲ ਕਿੰਨਾ ਬਣ ਗਿਆ ANEVD by A, ਇਹ ਲਈ ਕੈਂਸਲ ਹੋ ਗਿਆ J ਟੋਟਲ ਕੀ ਬਣ ਗਿਆ NEVD। ਠੀਕ ਹੈ ਜੀ। दैट मीन ਜਿਹੜਾ J ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਨੰਬਰ ਆਫ ਚਾਰਜ ਕੈਰੀਅਰਸ से, ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਉਹਨਾਂ ਦੀ ਵੈਲੋਸਿਟੀ ਤੇ। ਠੀਕ ਹੈ ਜੀ। ਅਗਲਾ ਜੋ ਟੌਪਿਕ ਆਪਾਂ ਕਰਨ ਲੱਗੇ ਆ, ਜਿਹੜੀ ਯੂਨਿਟਸ ਦੀ ਗੱਲ ਕਰੀਏ, ਯੂਨਿਟਸ ਹੈਗੇ ਨਾ ਤੇ J ਦੇ ਯੂਨਿਟ ਕੀ ਹੋਣਗੇ, ਕਰੰਟ ਦੇ ਹੁੰਦੇ ਨੇ ਐਂਪੀਅਰ, ਏਰੀਆ ਦੇ ਹੁੰਦੇ ਨੇ ਮੀਟਰ ਸਕੁਅਰ। दैट मीन ਤੁਹਾਡੇ ਕੀ ਯੂਨਿਟ ਬਣ ਜਾਣਗੇ ਐਂਪੀਅਰ ਪਰ ਮੀਟਰ ਸਕੁਅਰ। ਇੱਕ ਟੌਪਿਕ ਹੈ ਤੁਹਾਡੇ ਕੋਲ ਕੰਡਕਟੈਂਸ, ਜਿਹਨੂੰ ਜਿਹਦਾ ਸਿੰਬਲ G ਹੈ। ਇਟ ਇਜ਼ ਅ ਰੈਸੀਪ੍ਰੋਕਲ ਆਫ ਰੈਜ਼ਿਸਟੈਂਸ। ਕੀ ਹੁੰਦਾ ਇਹ, ਇਟ ਇਜ਼
ਰੈਸੀਪ੍ਰੋਕਲ ਆਫ ਰੈਜ਼ਿਸਟੈਂਸ ਦਾ ਕੀ ਹੁੰਦਾ ਹੈ ਇਹ ਰੈਸੀਪ੍ਰੋਕਲ ਹੁੰਦਾ ਹੈ ਮਤਲਬ ਉਲਟ ਹੁੰਦਾ ਹੈ। ਜੇ ਆਪਾਂ ਡਿਫਾਈਨ ਕਰੀਏ ਤਾਂ ਤੁਹਾਡੇ ਕੋਲ ਮੈਥਮੈਟਿਕਲੀ ਇਹ ਬਣ ਗਿਆ। ਇਹਦਾ ਮਤਲਬ ਇਹ ਹੈ ਜਿੰਨੀ ਕਿਸੇ ਮਟੀਰੀਅਲ ਦੀ ਰੈਜ਼ਿਸਟੈਂਸ ਘੱਟ ਹੋਏਗੀ ਉਹਨੇ ਉਹ ਜ਼ਿਆਦਾ ਵਧੀਆ ਕੰਡਕਟੈਂਸ ਹੋਏਗੀ। ਜਿਵੇਂ ਆਪਾਂ ਗੱਲ ਕਰੀਏ ਸੁਪਰ ਕੰਡਕਟਰਸ ਦੀ, ਸੁਪਰ ਕੰਡਕਟਰ ਦੀ ਰੈਜ਼ਿਸਟੈਂਸ ਬਿਲਕੁਲ ਜ਼ੀਰੋ ਹੁੰਦੀ ਹੈ। ਤੁਸੀਂ ਪੜ੍ਹਿਆ ਹੋਏਗਾ 10th ਕਲਾਸ ਦੇ ਵਿੱਚ ਵੀ, ਪਲੱਸ 2 ਚ ਅੱਗੇ ਡਿਟੇਲ ਚ ਪੜਾਂਗੇ ਇਸੇ ਚੈਪਟਰ ਚ ਵੀ। ਤਾਂ ਜਦੋਂ ਕਿਸੇ ਮਟੀਰੀਅਲ ਦੀ ਰੈਜ਼ਿਸਟੈਂਸ ਬਿਲਕੁਲ ਜ਼ੀਰੋ ਹੋ ਜੇ that material is said to be superconductor, that ਉਹਦੀ G ਵੈਲਿਊ ਕੀ ਆਏਗੀ ਇਨਫਿਨਿਟੀ ਆ ਜਾਏਗੀ। ਇਹਦਾ ਮਤਲਬ ਉਹ ਬਹੁਤ ਵਧੀਆ ਕੰਡਕਟਿੰਗ ਪਾਵਰ ਹੈ, ਉਹਦੀ ਕੰਡਕਟੈਂਸ ਕੀ ਹੈ ਬਹੁਤ ਵਧੀਆ ਹੈ। that is called conductance or conductor power, ਹਨਾ। that means ਜੇ ਦੀ ਯੂਨਿਟ ਦੀ ਗੱਲ ਕਰੀਏ G ਦੀ ਯੂਨਿਟ ਕੀ ਬਣ ਜਾਣਗੇ 1/ओहम, we can say that ओहम ਇਨਵਰਸ। ਇਹਨੂੰ ਆਪਾਂ ਮੋ ਵੀ ਲਿਖ ਸਕਦੇ ਹੋ। ओहम ਇਨਵਰਸ ਦਾ ਮਤਲਬ ਕੀ ਹੋ ਗਿਆ, ਇੰਗਲਿਸ਼ ਦੇ ਲੈਟਰ ਉਲਟਾ ਦੋ, ਐਮ ਪਹਿਲਾਂ ਲਿਖ ਦੋ ਐਚ ਵਿਚਾਲੇ ਰਹਿ ਗਿਆ ਉਹ ਪਿੱਛੇ ਲਿਖ ਦੋ। that means ਕੀ ਬਣ ਗਿਆ ਤੁਹਾਡੇ ਕੋਲ ਮੋਹ। ਇੱਕ ਤੁਹਾਡੇ ਕੋਲ ਹੈ ਕੰਡਕਟਿਵਿਟੀ, ਇਹਦਾ ਸਿੰਬਲ ਹੈ ਸਿਗਮਾ। ਜਿਵੇਂ ਆਪਾਂ ਸਪੈਸੀਫਿਕ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ ਪੜਿਆ ਸੀਗਾ ਰੋ, ਇਟ ਇਜ਼ ਦ ਰੈਸੀਪ੍ਰੋਕਲ ਆਫ ਰੈਜ਼ਿਸਟਿਵਿਟੀ। ਇਹ ਉਹਦਾ ਉਲਟ ਹੈ, ਇਟ ਇਜ਼ ਰੈਸੀਪ੍ਰੋਕਲ। ਕੰਡਕਟੈਂਸ ਤਾਂ ਹੋਗੀ ਦੀ ਐਬਿਲਿਟੀ ਕਨੈਕਟ ਕਰਨ ਦੀ ਐਬਿਲਿਟੀ, ਉਸ ਫੀਨੋਮੀਨਨ ਨੂੰ ਆਪਾਂ ਕੰਡਕਟਿਵਿਟੀ ਕਹਿੰਦੇ ਹਾਂ ਜਿਹਦੇ ਕੋਲ ਐਬਿਲਿਟੀ ਹੁੰਦੀ ਹੈ ਕਿ ਉਹਦੇ ਵਿੱਚ ਦੀ ਕਰੰਟ ਈਜ਼ੀਲੀ ਪਾਸ ਹੋ ਜਾਏ। ਜਿਵੇਂ ਆਪਾਂ ਕਿਹਾ ਸੀਗਾ ਰੈਜ਼ਿਸਟੈਂਸ ਦਾ ਰੁਕਾਵਟ ਹੈ ਤੇ ਰੈਜ਼ਿਸਟਿਵਿਟੀ ਪ੍ਰੋਪਰਟੀ ਆਫ ਮਟੀਰੀਅਲ ਹੈ ਨਾ, ਉਸ ਤੋਂ ਨਿਕਲ ਕਰਦੇ ਹਾਂ। ਇਟ ਇਜ਼ ਦ ਰੈਸੀਪ੍ਰੋਕਲ ਆਫ ਰੋ ਔਰ ਵੀ ਕੈਨ ਸੇ ਦ ਰੈਜ਼ਿਸਟਿਵਿਟੀ। that means ਸਿਗਮਾ ਤੁਹਾਡੇ ਕੋਲ ਕੀ ਹੋ ਗਿਆ 1/ρ ਨੂੰ ਆਪਾਂ ਕੀ ਬੋਲਦੇ ਹਾਂ ਕੰਡਕਟਿਵਿਟੀ। ਜਿਹਦੀ ਰੈਜ਼ਿਸਟਿਵਿਟੀ ਮਟੀਰੀਅਲ ਦੀ ਘੱਟ ਹੋਏਗੀ ਉਹਦੀ ਕੰਡਕਟਿਵਿਟੀ ਕੀ ਹੋਣੀ ਜ਼ਿਆਦਾ ਹੋਏਗੀ। ਠੀਕ ਹੈ ਜੀ। ਐਂਡ ਜੇ ਆਪਾਂ ਇਹਦੀ ਯੂਨਿਟਸ ਦੀ ਗੱਲ ਕਰੀਏ, ਇਹਦੀ ਓਹਮ ਹੁੰਦੇ ਨੇ, ਓਹਮ ਮੀਟਰ ਹੁੰਦੇ ਨੇ, 1/ओहम ਮੀਟਰ ਬਣ ਗਿਆ। ਜਿਹੜਾ ਇਹ ਕੀ ਬਣ ਗਿਆ ओहम ਮੀਟਰ ਦਾ ਇਨਵਰਸ ਜਾਂ ਕਹਿ ਲਓ ਮੋਹ ਇਨਟੂ ਮੀਟਰ ਇਨਵਰਸ। ਠੀਕ ਹੈ ਜੀ। ਇਹ ਹੁੰਦੇ ਨੇ ਯੂਨਿਟਸ, ਉਹਨਾਂ ਨੂੰ ਸਾਈਮਨ ਵੀ ਕਹਿ ਦਿੰਦੇ। ਇਹਦੇ ਬੇਸ ਤੇ ਹੀ ਆਪਾਂ ਜੇ ਡਿਫਾਈਨ ਕਰੀਏ ਕੰਡਕਟਿਵਿਟੀ ਬੇਸ ਤੇ ਆਪਾਂ ਮਟੀਰੀਅਲ ਨੂੰ ਕਲਾਸੀਫਾਈ ਕਰ ਸਕਦੇ ਹਾਂ। ਠੀਕ ਹੈ, ਸਿਗਮਾ ਦੇ ਬੇਸ ਤੇ। ਜੇ ਤਾਂ ਕਿਸੇ ਮਟੀਰੀਅਲ ਦੀ ਸਿਗਮਾ ਵੈਲਿਊ ਜ਼ਿਆਦਾ ਹੈ, ਵੈਰੀ ਵੈਰੀ ਲਾਰਜ, ਆਪਾਂ ਕਹਿੰਦੇ ਸਿਗਮਾ ਇਨਫਿਨਿਟੀ ਹੈ ਜਾਂ ਸਿਗਮਾ 1 ਕਹਿ ਲਓ, ਚਲੋ 1 ਮਤਲਬ 100% ਹੈ। ਜੇ ਕਿਸੇ ਮਟੀਰੀਅਲ ਦੀ ਸਿਗਮਾ ਵੈਲਿਊ 1 ਹੈ, ਜੇ ਆਪਣੇ ਕੋਲ ਸਿਗਮਾ ਦੀ ਵੈਲਿਊ 1 ਹੋਏਗੀ that means it is a very good conductor। ਜੇ ਤੁਹਾਡੇ ਕੋਲ ਸਿਗਮਾ ਵੈਲਿਊ 0 ਆ ਗਈ ਤਾਂ ਮਤਲਬ ਉਹ ਬੋਡੀ ਕੀ ਹੈ ਇਨਸੂਲੇਟਰ ਹੈ। ਠੀਕ ਹੈ ਜੀ, ਬਿਕੋਜ਼ ਉਸ ਕੰਡਕਟਿਵਿਟੀ ਸਿਗਮਾ 0 ਮਤਲਬ ਉਹਦੀ ਕੰਡਕਟਿਵਿਟੀ ਕੀ ਹੋਗੀ 0 ਹੋਗੀ। ਜੇ ਤੁਹਾਡੀ ਸਿਗਮਾ ਦੀ ਵੈਲਿਊ 0 ਤੇ 1 ਦੇ ਵਿਚਾਲੇ ਹੈ ਤਾਂ ਮਤਲਬ ਉਹ ਮਟੀਰੀਅਲ ਕੀ ਹੈ ਸੈਮੀ ਕੰਡਕਟਰ ਹੈ। ਠੀਕ ਹੈ ਜੀ। ਇਸ ਬੇਸ ਤੇ ਵੀ ਆਪਾਂ ਕੀ ਕਰ ਸਕਦੇ ਹਾਂ ਪਾਰਟੀਕਲ ਨੂੰ ਕਲਾਸੀਫਾਈ ਕਰ ਸਕਦੇ ਹਾਂ। ਨੈਕਸਟ ਇੱਕ ਟੌਪਿਕ ਹੈ ਤੁਹਾਡੇ ਬੁੱਕ ਦੇ ਵਿੱਚ ਮਾਈਕਰੋਸਕੋਪਿਕ ਫਾਰਮ ਆਫ ਓਹਮ ਲਾਅ। ਜੋ ਓਹਮ ਲਾਅ ਆਪਣੇ ਪੜਿਆ ਸੀ V = IR ਹੈ। ਠੀਕ ਹੈ, ਇਹ ਤਾਂ ਮੈਕਰੋਸਕੋਪਿਕ ਫਾਰਮ ਸੀਗੀ, ਧਿਆਨ ਰੱਖਿਓ ਮਾਈਕਰੋਸਕੋਪਿਕ ਵੱਡੀ ਫਾਰਮ, ਸਿੰਪਲ ਫਾਰਮ। ਜੇ ਆਪਾਂ ਮਾਈਕਰੋਸਕੋਪਿਕ ਫਾਰਮ ਦੀ ਗੱਲ ਕਰੀਏ ਉਹ ਤੁਹਾਡੇ ਕੋਲ ਹੁੰਦਾ ਕਰੰਟ, ਇਹ ਤੁਹਾਡਾ ਰਿਲੇਸ਼ਨ ਹੁੰਦਾ ਮਾਈਕਰੋਸਕੋਪਿਕ ਫਾਰਮ ਦਾ। J = sigma E। Here J is the current density, sigma is the conductivity and E is the electric field। ठीक है, ये रिलेशन ड्राइव कर देंगे। देखो आप रिलेशन पढ़ चुके हैं, करंट इज इक्वल टू ANEVD। रिलेशन बिटवीन, ये रिलेशन आप पढ़ चुके हैं, रिलेशन बिटवीन करंट एंड ड्रिफ्ट वेलोसिटी। ठीक है, ਜਿਹੜਾ ਡ੍ਰਿਫਟ ਵੈਲੋਸਿਟੀ ਹੈ ਇਹ ਆਪਣੇ ਕੋਲ ਕੀ ਹੁੰਦਾ E ਟਾਰਕ ਬਟੇ M। ਇੱਥੇ ਮਾਈਨਸ ਛੱਡਤਾ ਕਿਉਂਕਿ ਮਾਈਨਸ ਦਾ ਮਤਲਬ ਸਿਰਫ ਕੀ ਹੈ ਆਪੋਜ਼ਿਟ ਸਾਈਨ ਹੈ, ਇਹ ਵੈਲਿਊ ਤੇ ਪੁੱਟ ਕਰਤਾ। ਇਨ ਸ਼ਾਰਟ ਦੇਖੋ ਇਧਰ ਆਪਾਂ J ਬਣਾਉਣਾ ਹੈ ਨਾ, ਇਧਰ ਆਪਾਂ I ਬਟੇ A ਲੈ ਕੇ ਆਉਣਾ ਹੈ, ANE E ਟਾਰਕ ਬਟੇ M। ਠੀਕ ਹੈ ਜੀ, ਆ A ਨੂੰ ਇਧਰ ਬਟੇ ਲਿਆ, ਕੀ ਬਣ ਗਿਆ I ਬਟੇ A, ਲੈਫਟ ਸਾਈਡ ਤਾਂ ਆਪਾਂ ਬਣ ਗਈ। ਬਾਕੀ ਕੀ ਦੇਖੋ NE ਇੱਕ ਆਪੇ E² E ਟਾਰਕ ਬਟੇ M। ਠੀਕ ਹੈ, ਤੁਸੀਂ ਥੋੜਾ ਜਿਹਾ ਗੌਰ ਨਾਲ ਦੇਖੋ ਇਸ ਰਿਲੇਸ਼ਨ ਨੂੰ। ਜੇ ਮੈਨੂੰ ਐ ਲਿਖ ਲਾ NE² ਟਾਰਕ ਬਟੇ ME, ਜਿਹੜਾ ਤੁਹਾਡੇ ਕੋਲ ਆਹ ਰਿਲੇਸ਼ਨ ਹੈ ਇਹ ਤੁਹਾਡੇ ਕੋਲ 1/ρ ਦਾ ਬਣ ਰਿਹਾ ਹੈ, ਕਿਉਂਕਿ ρ ਤੁਹਾਡੇ ਕੋਲ ਹੁੰਦਾ ਸੀ M ਬਟੇ NE² ਟਾਰਕ। ਰਿਲੇਸ਼ਨ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਤੁਹਾਡਾ 1/ρ ਦਾ ਬਣ ਰਿਹਾ, ਤੁਹਾਡਾ I ਬਟੇ A ਇਹਨੂੰ ਮੈਂ J ਲਿਖ ਲਾਂ, J = 1/ρ into E। 1/ρ ਕੀ ਹੁੰਦਾ ਕੰਡਕਟਿਵਿਟੀ, ਤਾਂ J ਤੁਹਾਡੇ ਕੀ ਬਣ ਗਿਆ ਸਿਗਮਾ ਇਨਟੂ
इवें आप माइक्रोस्कोपिक फॉर्म ਨੂੰ ਕੀ ਹੈ ਡਰਾइव कर सकते हैं। ठीक है जी। नेक्स्ट ਜਿਹੜਾ टॉपिक है वो ਤੁਹਾਡੇ ਕੋਲ है लिमिटेशन ऑफ फॉर्म। वैसे मैं करा दिता थोड़ा जा ही ओहम लॉ दी लिमिटेशन। ओहम लॉ बारे डिटेल पढ़ चुके ਆਪਾਂ सिंपल फॉर्म पढ़िया फिर मैक्रोस्कोपिक फॉर्म पढ़ लिया माइक्रोस्कोपिक फॉर्म पढ़ लिया फिर ਉਹਦੀ लिमिटेशन। ठीक है। पहला दिस लॉ is applicable only for solid material। ਇਹ ਇਕੱਲੇ solid material ਵਾਸਤੇ ਲੱਗਦਾ ਹੈ। ਜਿਹੜੇ liquid ਤੇ gases conducting ਨੇ ਜਿਵੇਂ liquid ਦੀ ਗੱਲ ਆ ਗਈ electrolytes ਦੀ ਗੱਲ ਆ ਗਈ gases ਦੀ ਗੱਲ ਹੋ ਗਈ ionized gas particle ਦੀ ਗੱਲ ਹੋ ਗਈ ਉਹਨਾਂ ਵਾਸਤੇ ਕੇਸ ਅਪਲਾਈ ਨਹੀਂ ਹੁੰਦਾ। ਠੀਕ ਹੈ। not for liquid and gas ਪਹਿਲੀ ਲਿਮਿਟੇਸ਼ਨ ਤੇਰੀ ਇਹ ਹੈ। दूसरी कुछ केसेस दे विच फॉर एग्जांपल सेमीकंडक्टर दे विच दी गल करें ना सेमीकंडक्टर दे विच तुसीं देखो तो ग्राफ पढ़िया है ना V ते I दा V इधर ले लेने पाई इधर ले लेने तो ग्राफ स्ट्रेट लाइन बन जाता है। बट कुछ के केसेस दे विच जेड़ा ग्राफ है ये स्ट्रेट लाइन नहीं है। सेमीकंडक्टर विच दा ग्राफ कुछ इस तरह है मतलब ग्राफ इज नॉट लीनियर इन सेमीकंडक्टर। The graph between V and I is not linear। जे ग्राफ लीनियर नहीं है गया ਇਹਦਾ मतलब ਇਹ ਕੀ ਹੈ ओहम लॉ ਨੂੰ स्ट्रिक्टली ओबे नहीं करते। तीसरा ਕੀ है ਜਿਹੜਾ ग्राफ ਦਾ ਐ ਕਹ ਲੋ ਵੀ ग्राफ ਦਾ नेचर है पॉजिटिव फील्ड च बनेगा पॉजिटिव कोऑर्डिनेट च बनेगा या नेगेटिव कोऑर्डिनेट च बनेगा that will be depends upon the sign of V। वोल्टेज ਦੇ ਸਾਈਨ ਤੇ ਜਾਂ ਕਰੰਟ ਦੇ ਸਾਈਨ ਤੇ ਡਿਪੈਂਡ ਕਰਦਾ ਹੈ ਨਾ। ਇੱਥੇ ਦੋਨੇ ਪੋਜ਼ਿਟਿਵ ਨੇ। ਜੇ ਇਹੀ ਗ੍ਰਾਫ ਮੈਂ ਐ ਬਣਾਉਣਾ ਹੁੰਦਾ ਵੋਲਟੇਜ ਵੀ ਤੁਹਾਡਾ ਨੈਗੇਟਿਵ ਆਉਂਦਾ ਜਿਵੇਂ ਤੁਸੀਂ ਰਿਵਰਸ ਬਾਇਸ ਪੜੋਗੇ ਉਸ ਕੇਸ ਚ ਗ੍ਰਾਫ ਤੁਹਾਡਾ ਨੈਗੇਟਿਵ ਕੋਆਰਡੀਨੇਟ ਚ ਬਣਦਾ ਹੁੰਦਾ ਹੈ ਨਾ ਥਰਡ ਕੋਆਰਡੀਨੇਟ ਚ ਬਣਦਾ ਹੁੰਦਾ ਮੇਰੇ ਕਹਿਣ ਦਾ ਮਤਲਬ ਉਹ ਤੇ ਵੀ ਡਿਪੈਂਡ ਕਰਦਾ ਹੈ ਨਾ। ਇੱਕ ਤੁਹਾਡੇ ਕੋਲ ਹੈ ਜਿਹੜਾ ਇਹਦਾ ਰਿਲੇਸ਼ਨ ਹੈ V ਤੇ I ਦਾ ਫੋਰਥ ਪੁਆਇੰਟ ਤੁਹਾਡੇ ਲਈ ਕੀ ਹੈ the relation between V and I is not a unique relation। ये relation unique नहीं है। unique नहीं का की मतलब है तो R ਤੁਹਾਡੇ ਕੋਲ ਬਰਾਬਰ V ਬਟੇ I है मतलब ਕੀ है V ਤੇ I ਦੀ ਇੱਕ ਵੈਲਿਊ ਹੋਈ ਤੁਹਾਡੇ ਕੋਲ ਇੱਕ R ਦੇਵੇ। ਫॉर एग्जांपल ਮੰਨ ਲਓ ਮੈਂ R ਮੇਰੇ ਕੋਲ ਕਹਿੰਦਾ 10 ओम है वोल्टेज ਤੁਹਾਡੇ ਕੋਲ मैं 40 वोल्टेज कहना करंट ਤੁਹਾਡੇ ਕੋਲ मैं 4 एंपियर कहता। ठीक है। R ਕੱਢਣਾ ਤੁਹਾਡੇ ਕੋਲ ਕਿੰਨਾ ਬਣ 40 ਬਟੇ 4 ਤੁਹਾਡੇ ਕੋਲ 10 ਬਣ ਜਾਏਗਾ। ਇਹਦਾ ਮਤਲਬ ਵੋਲਟੇਜ ਦੀ ਇੱਕ ਤਾਂ ਵੈਲਿਊ V ਹੋਗੀ ਇੱਕ ਵੈਲਿਊ 4 I ਦੀ 4 ਹੋਗੀ। ਇਹੀ मतलब R ਤੁਹਾਡੇ ਕੋਲ 10 ਰਹਿਣਾ ਚਾਹੀਦਾ। R ਤਾਂ ਕਾਂਸਟੈਂਟ ਹੈ ਕਿਸੇ ਮਟੀਰੀਅਲ ਲਈ ਉਸੇ ਮਟੀਰੀਅਲ ਲਈ ਜੇ ਮੈਂ ਵੋਲਟੇਜ 30 ਵੋਲਟੇਜ ਕਰਦਾ ਕਰੰਟ ਮੈਂ ਘਟਾ ਕੇ 3 ਐਂਪੀਅਰ ਕਰਦਾ ਤਾਂ ਤੁਹਾਡੇ ਕੋਲ ਰੈਜ਼ਿਸਟੈਂਸ ਕਿੰਨੀ ਹੋ ਜਾਏਗੀ 30 ਬਟੇ 3 मतलब ਆਨਸਰ ਤੁਹਾਡਾ ਫਿਰ ਵੀ ਕਿੰਨਾ ਆਊਗਾ 10 ਹੀ ਆਊਗਾ ਨਾ। ਇਹਦਾ ਮਤਲਬ ਇੱਕ ਸਿੰਗਲ ਵੈਲਿਊ ਨਹੀਂ ਹੈਗੀ V ਤੇ I ਦੀ ਜਿਹੜੀ ਨੂੰ ਸੈਟੀਸਫਾਈ ਕਰਦੇ ਬਹੁਤ ਸਾਰੀ ਵੈਲਿਊਜ਼ ਨੇ ਜਿਹੜੀਆਂ ਇਹਨੂੰ ਕੀ ਹੈ ਸੈਟੀਸਫਾਈ ਕਰਦੀਆਂ ਨੇ। ਦੈਟ ਮੀਨਸ ਇਟ ਇਜ਼ ਨਾਟ ਅ ਯੂਨੀਕ ਰਿਲੇਸ਼ਨ। ਤੇ ਜਿਹੜੇ ਵੀ ਡਿਵਾਈਸਿਸ ਓਹਮ ਲॉ ਓਬੇ ਨਹੀਂ ਕਰਦੀਆਂ ਉਹਨੂੰ ਆਪਾਂ ਕਿਹੜੀ ਬੋਲਦੇ ਆ ਨॉन ओहमिक डिवाइसेस। नॉन ओहमिक डिवाइसेस ਜਿਵੇਂ ਇਹਦੀ ਐਗਜ਼ਾਮਪਲ ਕੀ ਨੇ ਸੈਮੀਕੰਡਕਟਰ ਡਾਇਓਡ ਐਗਜ਼ਾਮਪਲ ਕੀ ਨੇ ਸੈਮੀਕੰਡਕਟਰਸ ਜਿਹਦੇ ਵਿੱਚ ਡਾਇਓਡ ਪੜੋਗੇ ਤੁਸੀਂ। ਠੀਕ ਹੈ ਜੀ। इलेक्ट्रोलाइट्स ऑलरेडी गल कर चुके हैं ये ओबे नहीं करते। ट्रांजिस्टर ये भी सेमीकंडक्टर दा बनिया हुंदा है ना। ये सारे मटीरियल ने जेडे ओहम लॉ नूं ओबे नहीं करते जिन्हां नूं आपां की बोलदे हैं नॉन ओहमिक डिवाइसेस।